ਸ਼ਾਲੋਮ। ਤੁਸੀਂ ਸੋਚ ਰਹੇ ਹੋਗੇ ਕਿ ਇਸ ਤਰੀਕੇ ਦੇ ਨਾਲ ਜੈ ਮਸੀਹ ਦੀ ਨਹੀਂ ਕਹਿ ਰਹੇ ਹਨ, ਪਰ ਸ਼ਾਲੋਮ ਹੈ। ਸਗੋਂ ਇਜ਼ਰਾਈਲੀ ਜਦ ਇੱਕ ਦੂਜੇ ਦੇ ਨਾਲ ਮਿਲਾ ਕਰਦੇ ਸੀ, ਉਹ ਇसी ਤਰੀਕੇ ਦੇ ਨਾਲ ਜੋ ਹੈ ਕਿ ਸ਼ਾਲੋਮ ਕਰਕੇ ਇੱਕ ਦੂਜੇ ਨੂੰ ਜੋ ਹੈ ਕਿ ਨਮਸਕਾਰ ਇੱਕ ਤਰੀਕੇ ਦੇ ਨਾਲ ਜੋ ਅਸੀਂ ਕਹਿੰਦੇ ਹੈ ਕਹਿ ਕਰ ਇੱਕ ਦੂਜੇ ਦਾ ਸਵਾਗਤ ਕਰਦੇ ਸੀ। ਸ਼ਾਲੋਮ ਮਤਲਬ ਸ਼ਾਂਤੀ। ਅਸੀਂ ਇਹ ਚਾਹੁੰਦੇ ਹਾਂ ਕਿ ਇਸ ਦੌਰਾਨ ਵੀ ਪ੍ਰਭੂ ਦੀ ਸ਼ਾਂਤੀ ਸਾਡੇ ਵਿੱਚ ਬਣੀ ਰਹੇ। ਅਤੇ ਦੂਜਾ ਇਹ ਹੈ ਕਿ ਗਵਾਹੀ ਦਾ ਸਮਾਂ ਹੈ। ਸਾਡੇ ਕੋਲ ਕੁਝ ਗਵਾਹੀਆਂ ਹੈ, ਪਰ ਉਸ ਤੋਂ ਪਹਿਲਾਂ ਵੀ ਕੱਲ ਮੈਂ ਜ਼ਰੂਰ ਦੱਸਣਾ ਚਾਹਾਂਗਾ, ਸਾਡੇ ਕੋਲ ਜੋ ਹੈ ਕਿ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਸਾਡੇ ਲਈ ਪ੍ਰਾਰਥਨਾ ਕੀਤੀ ਜਾਏ, ਅਤੇ ਅਸੀਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਹੈ ਪ੍ਰਾਰਥਨਾ ਕਰਨ ਲਈ। ਅਗुवे ਵੀ ਸਾਰੇ ਹਾਜ਼ਰ ਹੈ ਕਿ ਉਹ ਤੁਹਾਡੇ ਲਈ ਪ੍ਰਾਰਥਨਾ ਕਰੇ। ਪਰ ਇਸ ਦੌਰਾਨ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਵੀ ਆਦੇਸ਼ ਹੈ, ਅਤੇ ਕਈ ਗੱਲਾਂ ਨੂੰ ਮਨ ਵਿੱਚ ਰੱਖਦੇ ਹੋਏ ਜੋ ਸਰਕਾਰ ਨੇ ਇਹ ਕਿਹਾ ਹੈ ਕਿ ਆਪਣੇ ਘਰ ਤੋਂ ਬਾਹਰ ਨਾ ਨਿਕਲੋ, ਇਸ ਗੱਲ ਦਾ ਵੀ ਪਾਲਨ ਅਸੀਂ ਇਹੀ ਚਾਹੁੰਦੇ ਹਾਂ ਕਿ ਹਰ ਇੱਕ ਇਸ ਤਰੀਕੇ ਦੇ ਨਾਲ ਕਰੇ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾਏ, ਤਾਂ ਮੈਂ ਇਹੀ ਬੇਨਤੀ ਕਰਾਂਗਾ ਕਿ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਜਾਂ ਨੇੜੇ ਤੇੜੇ ਜੋ ਸਾਡੇ ਕੈਰਸਲ ਦੇ ਅਗुवे ਹੈ, ਉਹਨਾਂ ਦਾ फ़ोन ਨੰਬਰ ਹੋਵੇਗਾ। फ़ोन ਨੰਬਰ ਲੇਕਰ फ़ोन 'ਤੇ ਹੀ ਤੁਸੀਂ ਕਾਲ ਕਰਕੇ ਜ਼ਰੂਰ ਪ੍ਰਾਰਥਨਾ ਕਰਵਾ ਲੈਣਾ। ਜੇਕਰ ਤੁਸੀਂ ਸੋਚਦੇ ਹੋ ਕਿ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨ ਦੇ ਦੁਆਰਾ ਕਿ ਪ੍ਰਭੂ ਉੱਤਰ ਦੇਗਾ, ਮੈਂ ਇਹ ਦੱਸਣਾ ਚਾਹੁੰਦਾ, ਸਾਡਾ ਪਰਮੇਸ਼ਵਰ ਸਿਰਫ ਨੇੜੇ ਦਾ ਨਹੀਂ ਪਰ ਦੂਰ ਦਾ ਵੀ ਪਰਮੇਸ਼ਵਰ ਹੈ। ਜਿਵੇਂ ਕਿ ਉਹ ਸਾਡੀ ਪ੍ਰਾਰਥਨਾ ਜਿੱਥੇ ਵੀ ਅਸੀਂ ਹੈ ਉੱਥੇ ਸੁਣ ਕਰ ਆਪਣਾ ਕੰਮ ਕਰਨ ਵਾਲਾ ਪਰਮੇਸ਼ਵਰ ਹੈ, ਕਿਉਂਕਿ ਆਖਿਰ 'ਚ ਪ੍ਰਭੂ ਹੈ ਜੋ ਕੰਮ ਕਰਨ ਵਾਲਾ ਹੈ। ਇਸ ਕਰਕੇ ਮੈਂ ਇਹੀ ਬੇਨਤੀ ਕਰਾਂਗਾ, ਪ੍ਰਾਰਥਨਾ ਦੀ ਲੋੜ ਹੈ ਤਾਂ ਤੁਸੀਂ ਅਗुवे ਉਹਨਾਂ ਦਾ फ़ोन ਨੰਬਰ ਲੈਣਾ, ਪਰ ਇਹ ਜ਼ਰੂਰ ਕਹਿਣਾ ਚਾਹਾਂਗਾ ਘਰ ਹੀ ਤੁਸੀਂ ਰਹਿਣਾ। ਇੱਧਰ ਉੱਧਰ ਜੋ ਹੈ ਕਿ ਜਾ ਕੇ ਅਗुवे ਨੂੰ ਵੀ ਇਹ ਜ਼ਰੂਰ ਕਹਾਂਗਾ ਕਿਸੇ ਦੇ ਘਰ ਜਾ ਕੇ ਨਾ ਪ੍ਰਾਰਥਨਾ ਕਰਨਾ। ਪ੍ਰਾਰਥਨਾ ਦੀ ਲੋੜ ਹੈ ਤਾਂ ਵੀ ਕਿਸੇ ਦੇ ਘਰ ਜਾ ਕੇ ਪ੍ਰਾਰਥਨਾ ਕਰਵਾਣਾ, ਮੈਂ ਇਹੀ ਬੇਨਤੀ ਕਰਾਂਗਾ ਨਾ ਤੁਸੀਂ ਕਰਨਾ। ਅਤੇ ਜਿਸ ਤਰ੍ਹਾਂ ਮੈਂ ਕਿਹਾ ਗਵਾਹੀ ਦਾ ਸਮਾਂ ਹੈ। ਪਿਛਲੇ ਹਫ਼ਤੇ ਇਹ ਸੂਚਨਾ ਦਿੱਤੀ ਸੀ ਕਿ ਤੁਹਾਡੇ ਕੋਲ ਜੋ ਪ੍ਰਭੂ ਇਨ ਦਿਨਾਂ ਦੇ ਵਿੱਚ ਕੰਮ ਕਰ ਰਿਹਾ ਉਸ ਦੀ ਗਵਾਹੀ ਦਿਓ। ਅਤੇ 3 ਜਨ ਹੈ ਜਿਨ੍ਹਾਂ ਨੇ ਗਵਾਹੀ ਦਿੱਤੀ। ਸੱਚ ਕਹਾਂ ਤਾਂ ਮੈਂ ਹੋਰ ਵੀ ਲੋਕਾਂ ਦੀ ਉਮੀਦ ਰੱਖ ਰਿਹਾ ਸੀ ਕਿ ਉਹ ਜ਼ਰੂਰ ਗਵਾਹੀ ਦੇਂਗੇ, ਪਰ ਦੁਬਾਰਾ ਤੁਹਾਨੂੰ ਯਾਦ ਦਿਲਾਣਾ ਚਾਹੁੰਦਾ ਹਾਂ, ਕੋਈ ਗਵਾਹੀ ਹੋ ਕਿਰਪਾ ਕਰਕੇ ਰਿਕਾਰਡ ਕਰਕੇ ਜ਼ਰੂਰ ਭੇਜਣਾ, ਸੁਣਨਾ ਚਾहेंगे। ਅਤੇ ਇਹ ਜੋ ਹੁਣ 3 ਦੇ ਜੀਵਨ ਦੇ ਵਿੱਚ ਪ੍ਰਭੂ ਨੇ ਜੋ ਕੰਮ ਕੀਤਾ ਹੈ, ਪਰਿਵਾਰ ਦੇ ਵਿੱਚ ਜੋ ਕੰਮ ਕੀਤਾ ਹੈ, ਸੁਣੋ, प्रभु की स्तुति करो, विश्वास साडा वधदा जाए। शालोम। सबको जय मसीह की। मैं प्रभु का धन्यवाद करती हूँ कि प्रभु ने इन मुश्किल हालातों में भी हम सबको सही सलामत रखा, पूरे परिवार को संभाल के रखा। मैं प्रभु का धन्यवाद करती हूँ। सबसे बड़ी गवाही तो यही हमारे जीवन में है कि प्रभु ने हमें जिंदों की ज़मीन पर संभाल के रखा। और एक हमारे जीवन में ये गवाही है कि प्रभु ने इन मुश्किल हालातों में भी हमारे घर की हर एक कमी घटी को पूरा किया, हर एक मुसीबत में भी हमारा साथ दिया और हर एक ज़रूरतों को हमारे जीवन में पूरा किया। मैं प्रभु का धन्यवाद करती हूँ। प्रभु ने अपने वचन के द्वारा हमारे जीवन में कार्य किया। प्रभु ने कहा अपनी समस्त चिंता को हमारे ऊपर डाल दो क्योंकि मैं तुम्हारी चिंता करता हूँ। प्रभु को हर एक चिंता को सौंपने के बाद प्रभु ने हमारे जीवन में कार्य किया, हमारे घर में इतनी बरकत दी कि हम उसके ज़रिए दूसरों की मदद कर सकें। प्रभु का धन्यवाद करती हूँ कि प्रभु ने इसी योग्य बनाया कि इन मुश्किल हालातों में भी प्रभु ने हमें गवाही देने के योग्य बनाया। गवाही का हमारे जीवन में गवाही उत्पन्न की। मैं प्रभु का धन्यवाद करती हूँ। सबको जय मसीह। सबको जय मसीह की। मेरा नाम वंदना है। मैं परमेश्वर का धन्यवाद करना चाहती हूँ कि प्रभु ने इन बीते दिनों में हमारे जीवन में बहुत बड़े कार्य किए हैं। सचमुच परमेश्वर का धन्यवाद हो इस समय के लिए कि इस लॉकडाउन के द्वारा भी परमेश्वर ने हमारे जीवन में किसी भी बात की, किसी भी चीज़ की कमी घटी नहीं होने दी। मैं परमेश्वर का धन्यवाद देती हूँ। हमारे जीवन की ये गवाही है कि इन लॉकडाउन के दौरान परमेश्वर ने हमारे घर में इतनी बरकत दी कि हम जो सोच भी नहीं सकते थे, परमेश्वर ने वो हमारे जीवन में किया। हमारे घर में हर चीज़ की बरकत है। हम सचमुच परमेश्वर का धन्यवाद करना चाहते हैं कि जो आशीष बरकतें परमेश्वर ने हमारे जीवन में दी, उसे हम सचमुच बयां भी नहीं कर सकते कि परमेश्वर ने कितनी आशीष दी है। भजन संहिता 23 में दाऊद कहता है कि यहोवा मेरा चरवाहा है, मुझे किसी भी बात की कोई घटी नहीं होगी। सचमुच जब हम इस वचन को अपने जीवन में लागू करते हैं, इस वचन को जब हम अपने जीवन में मान लेते हैं और परमेश्वर को हम अपना चरवाहा मान लेते हैं, तो हम परमेश्वर का धन्यवाद करते हैं। और सचमुच परमेश्वर का धन्यवाद उस वचन के द्वारा उसने हमारे जीवन में अपने
अपनी आशीष और बरकतों को ढेला और किसी भी बात की कमी घटी नहीं होने दी। सबको जय मसीह। ਸਾਰਿਆਂ ਨੂੰ ਜੈ ਮਸੀਹ ਦੀ। ਮੇਰੀ ਭਰਜਾਈ ਦੇ ਬੱਚਾ ਹੋਣ ਵਾਲਾ ਸੀ, ਉਹਨਾਂ ਨੂੰ ਮਲੇਰਕੋਟਲੇ ਤੋਂ ਪਟਿਆਲੇ ਰੈਫਰ ਕੀਤਾ ਗਿਆ। ਰਾਤ ਨੂੰ 2 ਵਜੇ 2 ਵਜੇ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਮੈਨੂੰ ਕਿ ਇਹਨਾਂ ਕਰਕੇ ਗੱਲ ਹੈ ਤੇ ਮੈਨੂੰ ਕਹਿੰਦੇ ਤੂੰ ਵੀ ਹਸਪੀਟਲ ਪਹੁੰਚ। ਮੈਂ ਕਿਹਾ ਠੀਕ ਹੈ। ਫੋਨ ਕੱਟਣ ਤੋਂ ਬਾਅਦ ਨਾਲ ਦੀ ਨਾਲ ਮੈंने ਵੀ ਪ੍ਰਾਰਥਨਾ ਕੀਤੀ, ਇਹਨਾਂ ਨੇ ਵੀ ਘੁਟਨੇ ਟੇਕ ਕੇ ਪ੍ਰਾਰਥਨਾ ਕੀਤੀ ਔਰ ਉਸ ਤੋਂ ਬਾਅਦ ਅਸੀਂ ਹਸਪੀਟਲ ਪਹੁੰਚੇ। ਹਸਪੀਟਲ ਪਹੁੰਚਣ ਤੋਂ ਬਾਅਦ ਉੱਥੇ ਡਾਕਟਰਾਂ ਨਾਲ ਗੱਲ ਕੀਤੀ ਕਿ ਮਤਲਬ ਡਾਕਟਰ ਕਹਿੰਦੇ 6 ਗ੍ਰਾਮ ਖੂਨ ਹੈ ਤੇ ਬੱਚੇ ਨੂੰ ਵੀ ਖਤਰਾ, ਮਾਂ ਨੂੰ ਵੀ ਖਤਰਾ ਹੈ। तो मैंने अपने घरदिਆਂ ਨੂੰ ਕਿਸੇ ਨੂੰ ਨਹੀਂ ਦੱਸਿਆ ਇਹ ਗੱਲ ਤੇ मैंने उसी टाइम पास्टर जी ਨੂੰ ਫੋਨ ਕੀਤਾ, ਆਪਣੇ ਚਾਚਾ ਜੀ ਨੂੰ ਫੋਨ ਕੀਤਾ ਬੰਬੇ ਔਰ ਪ੍ਰੀਤੀ ਦੀਦੀ ਨੂੰ, ਜੋਤੀ ਨੂੰ ਫੋਨ ਕੀਤਾ ਕਿ ਤੁਸੀਂ ਪ੍ਰਾਰਥਨਾ ਕਰੋ ਕਿ ਐਵੇਂ ਕਰਕੇ ਗੱਲ ਹੈ। ਤੇ ਉਸ ਤੋਂ ਬਾਅਦ ਮੈਂ ਵੀ ਪ੍ਰਾਰਥਨਾ ਕਰ ਰਹੀ ਸੀਗੀ ਤੇ 9:55 ਤੇ ਬੇਟਾ ਹੋਇਆ। तो उस तो बाद मैं अंदर गई भाभी कोले, उन्होंने पुट्ठे टेढ़े होके लेटे हुए सीगे तो मैंने उन्होंने कहा तुसी इस तरह क्यों लेटे हो। कहते मैं मेरे नॉर्मल डिलीवरी हुई है इसी करके मैं तो इस तरह लेटी हूँ। मैंने उन्होंने कहा नहीं सजेरियन होया, डॉक्टर ने कहा सजेरियन वास्ते तो सजेरियन होया है। कहते नहीं दीदी नॉर्मल डिलीवरी हुई है। तो मैंने उन्होंने उसी टाइम मैंने चैक भी किया, मैं कहा नहीं मैंने चैक कराओ तो चैक किया, नॉर्मल डिलीवरी हुई। मैंने उसी टाइम परमेश्वर का धन्यवाद किया, इन्नी खुशी दे नाल मतलब परमेश्वर का धन्यवाद किया। उस तो बाद ना कोई ऑपरेशन की लोड़ पई, ना खून की ज़रूरत पई, बिल्कुल नॉर्मल डिलीवरी हुई। और जो ब्लड सवेरे उन्होंने मंगवाया सी वही ब्लड उन्होंने शाम नू मंगवा के चढ़ाया वो ब्लड। तो मैं परमेश्वर का धन्यवाद करती हाँ कि परमेश्वर ने सब कुछ नॉर्मल किया। सारिਆਂ ਨੂੰ जय। सबको जय मसीह की। और मुझे पता है आप लोगों को ये लॉकडाउन अच्छा नहीं लग रहा है, पर ये हमारे अच्छाई के लिए है कि हम घर में ही रहें, सुरक्षित रहें। और आप देख रहे होंगे कि जितना हम अपने घरों में हैं, जितना हम बाहर नहीं जाएंगे, उतना ज़्यादा केसेस धीरे धीरे कम होते जाएंगे। तो इसीलिए बहुत ज़रूरी है कि हम अपने घरों में रहें। खैर, आज मैं शुरुआत करूँगी एक कहानी के साथ और एक छोटी सी कहानी आपको बताऊंगी कि कैसे हमारा दिल से और प्यार से परमेश्वर को देना हमारे लिए आशीषें लेकर आता है। एक बार एक छोटा सा लड़का था 6-7 साल का और वो बाज़ार में घूम रहा था $1 का सिक्का लेकर। और वो बाज़ार में जाता और हर एक दुकान में पूछता क्या आपके पास गॉड है, मतलब इंग्लिश में पूछता डू यू सेल गॉड, क्या आप, मतलब हिंदी में कहने का मतलब है क्या आप परमेश्वर बेचते हैं। तो कई दुकान वालों ने सोचा छोटा बच्चा है, इसको अक्ल नहीं है और ये ऐसे ही बोल रहा है, तो उसको भगा दे रहे थे अपनी दुकान से। करते 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 वो बच्चा इतना हठी था और इतना उसने सोच के रखा था कि मैं कुछ ना कुछ तो आज करके लेकर ही जाऊंगा। तो वो जाता है 69th शॉप में, तो वहाँ जाकर पूछता है, वहाँ पर एक बुज़ुर्ग होते हैं उस दुकान में, तो कहता है डू यू सेल गॉड, क्या आप परमेश्वर को बेचते हैं। तो उस बुज़ुर्ग आदमी को बड़ा इंटरेस्ट आया क्योंकि उनका भी पोता जो था वो उसी बच्चे की उम्र का था। तो उन्होंने, मतलब होता ही है जो बुज़ुर्ग होते हैं बच्चों के प्रति प्यार होता ही है, तो उन्होंने पूछा कि बेटे तुम्हारा कहने का क्या मतलब है। तो उसको बिठाया, उसको मतलब खाने पीने के लिए कुछ दिया और बैठ के उसके साथ बात करने लगे। तो बच्चा कहता है मैं ना जब छोटा ही था मेरे मम्मी पापा गुज़र गए और तब से मेरे अंकल ने मुझे पाला। और मेरे अंकल बिल्डिंग कंस्ट्रक्शन उसमें काम करते हैं। वो बहुत ऊंचाई से गिर गए हैं और उनके मतलब सर में चोट लगी है और मैंने डॉक्टरों को अस्पताल में ये कहते सुना है कि ओनली गॉड कैन सेव हिम, कि सिर्फ परमेश्वर ही इसको बचा सकता है। तो इसीलिए मैं गॉड को ढूंढने आया हूँ। मेरे ख्याल से गॉड कोई पिल है, कोई दवाई है, अगर मेरे अंकल उसको खा लेंगे तो वो ठीक हो जाएंगे। तो इस बुज़ुर्ग आदमी को बड़ा वो होता है और वो कहता है बुज़ुर्ग आदमी अच्छा ठीक है, तो तुम ये गॉड को ख़रीदने के लिए तुम्हारे पास, उसी की भाषा में मतलब कहते हैं कि तुम्हारे पास कितना पैसा है। कहता है मेरे पास $1 है, ऐसे करके बोलता है। तो वो बुज़ुर्ग आदमी कहते हैं कि ठीक है तुम ऐसा करो, ये $1 मुझे दे दो और बदले में उसको एक हार्ट
दिल के शेप का कुछ देते हैं, कहते ये ले जाओ और ये ले जाकर अपने अंकल के सिरहाने में रख देना, देखना अंकल तुम्हारे ठीक हो जाएंगे। तो ये बड़ा खुश हो जाता है कि मतलब सवेरे से मैं भटक रहा था $1 लेकर, अल्टीमेटली मुझे गॉड मिल गया। तो ये जाता है अस्पताल के बेड में और अंकल इसके कोमा में पड़े होते हैं और वहाँ जाकर ये वो हाथ रख देता है बेड के किनारे और अंकल का हाथ लेके कहता है अंकल अब तुम बिल्कुल ठीक हो जाओगे। तो दूसरे दिन सवेरे सोचता है कि अंकल उठ के बैठ गए होंगे बेड पे, पर वहाँ जाके देखता है अंकल नहीं बैठे थे बेड पे। पर होता क्या है कि अंकल के लिए स्पेशल डॉक्टर्स फ्लाई करके, मतलब एरोप्लेन में बैठकर आते हैं और उसका इलाज करते हैं। कुछ ही दिनों में अंकल ठीक हो जाते हैं। लड़का बहुत खुश होता है कि उसके अंकल ठीक हो गए और अंकल से ये कहता है कि आपको पता है मेरे को एक ऐसे बुजुर्ग आदमी मिले थे, पास के ही मार्केट में मैं गया था और उन्होंने कहा था कि आप ठीक हो जाओगे, इसीलिए आप ठीक हो गए हो। तो अंकल भी बड़े खुश होते हैं और जब निकलने लगते तो उनके हाथ में बिल पकड़ाया जाता है। तो उसको तो देख के अंकल को अभी तो सर के चोट से ही उभरे थे कि उनको हार्ट अटैक आने जैसा हो जाता है। तो वो कहते हैं नहीं सर, आपको फ़िक्र करने की ज़रूरत नहीं है, आपका बिल सारा पे कर दिया गया है। तो तब भी अंकल बड़े खुश हो जाते हैं, मतलब पता नहीं किसने मुझे पे कर दिया है बिल, कौन है ये व्यक्ति। तो ये बच्चा कहता है अंकल ऐसा करते हैं, जाने से पहले ना उस बुज़ुर्ग अंकल को, उस दादाजी को हम लोग थैंक यू बोलते हुए चलते हैं। तो ये लोग जाते हैं वहाँ दुकान पर, देखते हैं वहाँ पे दुकान का क्लर्क बैठा होता है और क्लर्क कहता है सॉरी सर, आपके आने से 2 घंटे पहले ही जो इस दुकान के मालिक थे, जिन बुज़ुर्ग की बच्चा बात कर रहा है वो इस दुकान के मालिक हैं, वो 2 घंटे पहले यहाँ से निकले हैं और वो तो छुट्टियाँ मनाने अभी कुछ महीनों के लिए चले गए हैं। तो ये बुजुर्ग, मतलब ये अंकल कहता है मैं तो उनको थैंक यू बोलने के लिए आया था। और तो आदमी, वो क्लर्क कहता है उनको पता था कि आप थैंक यू बोलने के लिए आएंगे, उन्होंने एक चिट्ठी लिख के दी है और ये चिट्ठी आपके लिए है, तो बाकी आप चिंता नहीं कीजिए, आपका बिल वगैरह सब पे कर दिया गया है। तो ये जो अंकल है ये चिट्ठी खोल के पढ़ने लगता है और उसमें ये लिखा रहता है कि तुम्हारे भतीजे के विश्वास ने, वो $1 लेके मेरे पास आया था, उसमें पूरा लिखा होता है कि ऐसे आया था और वो गॉड को ढूंढ रहा था और इस तरीके से मैंने तुम्हारा सारा बिल पे कर दिया। मैंने उस बच्चे के विश्वास और प्यार को देखा जो तुम्हारे प्रति था और मुझसे रहा नहीं गया। एक्चुअली मैंने नहीं, डॉक्टरों ने नहीं, पर तुम्हारे भतीजे ने तुम्हारी जान बचाई है। कुछ यही मुझे यकीन है कि आप समझ गए होंगे कि मैं क्या कहना चाहती हूँ। प्यार से दिया हुआ और विश्वास के साथ दिया गया भेंट। हो सकता है इस समय लॉकडाउन का समय है, कमियां घटियां हर एक को होती हैं, हर एक परिवार गुजरता है, हम भी गुजर रहे हैं। पर मेरा ये कहना है कि जैसे वो बच्चे का $1 उसके परिवार में खुशियाँ लेकर आया, उसके अंकल और उसके जीवन में खुशियाँ लेकर आया, कहीं ना कहीं हमारा छोटा सा भेंट जब हम विश्वास के साथ, जब हम प्यार के साथ परमेश्वर को देते हैं, परमेश्वर किसी का कर्जदार नहीं है, वो उसको वापस करेगा। बाइबल में ये लिखा हुआ है कि वो हिला हिला के और दबा दबा के उसको वापस करेगा। बाइबल ऐसा, और परमेश्वर ना कभी धोखा देता है ना कभी झूठ बोलता है। तो मेरा आपसे बस यही कहना है कि आपके पास भले ही थोड़ा हो, पर प्यार के साथ और विश्वास के साथ, जैसे उस बच्चे का विश्वास था कि अब मेरे अंकल ठीक हो जाएंगे, आप उसी विश्वास के साथ दीजिए कि परमेश्वर, अब मैं विश्वास करता हूँ कि तू मेरी कमी घटी को पूरा करेगा। ठीक है, तो हम अपने हाथों में अपने जो कुछ भी भेंट है, हमारा दशवांश है या आपका मिशन का वायदा है, विजन का वायदा है, जो भी है उसको लेकर आइए हम प्रार्थना करें। हमारे प्यारे परमेश्वर, हम आपको धन्यवाद देते हैं प्रभु कि हम जिस माप से आपको मापते हैं, हम जैसा सोचते हैं कि अगर हमने इतना दिया है तो आप उसका 10 गुना या 100 गुना इतना हमको वापस करोगे, परंतु परमेश्वर आपको कोई भी माप नहीं सकता है। तेरा प्यार फैथमलेस है, इतना गहरा है जिसको मापा नहीं जा सकता है परमेश्वर। और आज के दिन प्रभु मैं भेंट के साथ साथ ये प्रार्थना करती हूँ, सैम और मैं, हम दोनों प्रार्थना करते हैं प्रभु के
हमारे दिलों में, हर एक जो इसको सुन रहा है और नहीं भी सुन रहा है, इस समय परमेश्वर तेरा प्यार हमारे दिल में जागे प्रभु जी, और भी अधिक हम तुझे समझने पाए, और भी अधिक हम तेरे करीब आने पाए, और भी अधिक प्रभु तेरे प्यार को जानने के लिए हमारे अंदर भूख और प्यास हो परमेश्वर। इवन प्रार्थना करते हैं सैम और मेरे मन में भी प्रभु जी तेरा प्यार, तेरा भूख प्रभु, तेरा हंगर, तेरा प्यास बढ़ता चला जाए प्रभु, कि हर एक पल हम तेरे करीब आते जाएं। ये देना, ये भेंट चढ़ाना, ये विश्वास प्रभु जी, वो सारी चीज़ें उसको फॉलो करेंगी। हम विश्वास करते हैं प्रभु कि तेरा काम हमारे जीवन में हो रहा है। तेरे लहू के द्वारा अपने हृदयों को हम ढांकते हैं। हम विश्वास करते हैं प्रभु कि तू अपना काम कर रहा है। जिन तक भी ये वचन पहुंच रहा है, या जैसे भी जिन औरों तक प्रभु जी, जैसे भी जो भी वचन पहुंच रहा है, तेरा वचन हमारे हृदयों में काम करे। यीशु के नाम से मांगते हैं, सुन और कबूल कर। आमेन। ਸਾਰਿਆਂ ਨੂੰ ਜੈ ਮਸੀਹ ਦੀ। ਇਹ 5ਵਾਂ ਐਤਵਾਰ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਇਕੱਠੇ ਹੋ ਰਹੇ ਹਾਂ। ਮੈਂ ਇਹ ਜਾਣਦਾ ਹਾਂ, ਸਮਝਦਾ ਹਾਂ ਕਿ ਇੱਕ ਮੁਸ਼ਕਿਲ ਦੌਰ ਜ਼ਰੂਰ ਹੈ, ਪਰ ਮੈਂ ਇਹ ਦੁਬਾਰਾ ਯਾਦ ਦਿਲਾਣਾ ਚਾਹਾਂਗਾ ਕਿ ਇਹ ਜਲਦੀ ਹੀ ਸਮਾਪਤ ਹੋਵੇਗਾ। ਤੇ ਇਸ ਕਰਕੇ ਜਦੋਂ ਤੱਕ ਅਸੀਂ ਇਸ ਤਰ੍ਹਾਂ ਦੇ ਇੱਕ ਪਰਿਸਥਿਤੀ ਵਿੱਚ ਹੈ ਜਿੱਥੇ ਇਕੱਠੇ ਨਹੀਂ ਹੋ ਸਕਦੇ, ਮੈਂ ਇਹੀ ਬੇਨਤੀ ਕਰਾਂਗਾ ਕਿ ਹਫਤੇ ਦੇ ਦੌਰਾਨ ਜੋ ਕੈਰਸਲ ਦੇ ਅਗुवे ਹੈ ਉਹ ਤੁਹਾਡੇ ਨਾਲ ਸੰਪਰਕ 'ਚ ਰਹਿਣਗੇ, ਅਤੇ ਸਕਾਈਪ ਜਾਂ ਜ਼ੂਮ ਦੇ ਰਾਹੀਂ ਜੋ ਹੈ ਕਿ ਕੈਰਸਲ ਹੁੰਦਾ ਰਹੇਗਾ। ਅਤੇ ਉਸੀ ਟਾਈਮ ਅਸੀਂ ਇਹ ਵੀ ਕੋਸ਼ਿਸ਼ ਵਿੱਚ ਹੈ ਕਿ ਇੱਕ ਤਰੀਕੇ ਦੇ ਨਾਲ ਜੋ ਹੈ ਕਿ ਅਸੀਂ ਜਿੰਨੇ ਵੀ ਹੈ ਵੱਧ ਤੋਂ ਵੱਧ ਅਸੀਂ ਹਫਤੇ ਦੇ ਦੌਰਾਨ ਇੱਕ ਦਿਨ ਜਾਂ ਇਸ ਤਰੀਕੇ ਨਾਲ ਪ੍ਰਾਰਥਨਾ ਦੇ ਵਿੱਚ ਵੀ ਇਕੱਠੇ ਹੋ ਸਕੀਏ। ਅਤੇ ਇੱਦਾਂ ਇਕੱਠੇ ਹੋਣ ਲਈ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ, ਜਾਂ ਤਾਂ ਸਕਾਈਪ ਜਾਂ ਜੋ ਹੈ ਜ਼ੂਮ ਤੁਸੀਂ ਜ਼ਰੂਰ ਆਪਣੇ ਮੋਬਾਈਲਸ ਦੇ ਵਿੱਚ ਅਪਲੋਡ ਕਰਕੇ ਰੱਖਣਾ, ਕਿਉਂਕਿ ਉਹਦੇ ਜ਼ਰੀਏ ਜੋ ਹੈ ਕਿ ਅਸੀਂ ਬੇਸ਼ੱਕ ਆਪਣੇ ਘਰਾਂ ਵਿੱਚ ਵੇਖ ਜ਼ਰੂਰ ਸਕਦੇ ਹਾਂ ਇੱਕ ਦੂਜੇ ਦੇ ਨਾਲ। ਇਸ ਤਰ੍ਹਾਂ ਦੀ ਸੰਗਤੀ ਨੂੰ ਮੈਂ ਜ਼ਰੂਰ ਕਹਾਂਗਾ ਕਿ ਬਣਾਏ ਰੱਖੋ। ਇੰਨੇ ਵੀ ਦੁੱਖ ਦੇ ਵਿੱਚ ਤੁਸੀਂ ਨਾ ਚਲੇ ਜਾਓ ਕਿ ਇਹ ਕੀ ਹੋਏਗਾ ਅਤੇ ਇਕੱਲੇ ਤੁਸੀਂ ਹੋ। ਇਹ ਇੱਕ ਸੰਗਤੀ ਤੁਹਾਡੇ ਉન્નਤੀ ਦੇ ਲਈ ਅਤੇ ਇਸ ਦੌਰਾਨ ਇਸ ਮਾਹੌਲ ਦੇ ਵਿੱਚ ਬੜੋਤਰੀ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅਤੇ ਧਿਆਨ ਰੱਖਣਾ, ਅਤੇ ਬਾਕੀ ਜੋ ਵੀ ਵੀਡੀਓਜ਼ ਅਸੀਂ ਪਾ ਰਹੇ ਹਨ ਉਸ ਨੂੰ ਵੀ ਤੁਸੀਂ ਵੇਖਦੇ ਰਹਿਣਾ। ਜਾਣ ਬੁੱਝ ਕੇ ਅਸੀਂ ਅਲੱਗ-ਅਲੱਗ ਵੀਡੀਓਜ਼ ਪਾ ਰਹੇ ਹੈ। ਕਿਉਂਕਿ ਹਾਲਾਤ ਇਸ ਤਰ੍ਹਾਂ ਹੈ ਜਿੱਥੇ ਇੱਕ ਹੀ ਚੀਜ਼ ਵੱਲ ਅਸੀਂ ਧਿਆਨ ਨਹੀਂ ਦੇ ਸਕਦੇ। ਅਸੀਂ ਇਹ ਨਹੀਂ ਕਹਿ ਰਹੇ ਪੂਰੇ ਟਾਈਮ ਬਸ ਪ੍ਰਾਰਥਨਾ ਹੀ ਕਰੋ, ਵਚਨ ਵੱਲ ਹੀ ਧਿਆਨ ਦਿਓ, ਪਰ ਹੋਰ ਬਾਕੀ ਕਈ ਚੀਜ਼ਾਂ ਹੈ ਜਿਸ ਦੇ ਵੱਲ ਅਸੀਂ ਧਿਆਨ ਦੇ ਸਕਦੇ ਹਾਂ। ਆਪਣੇ ਆਪ ਨੂੰ ਸਗੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਗੇ ਲਈ ਤਿਆਰ ਹੋ ਸਕਦੇ ਹਾਂ। ਜਿਵੇਂ ਮੈਂ ਕਿਹਾ, ਤੁਸੀਂ ਕਿਸ ਨਜ਼ਰੀਏ ਦੇ ਨਾਲ ਅੱਗੇ ਦਾ ਵੇਖ ਰਹੇ ਹੋ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਹਿੰਮਤ ਨਹੀਂ ਹਾਰੇ ਹੋ। ਯਾਦ ਰੱਖੋ ਪਰਮੇਸ਼ਵਰ ਸਾਡੇ ਨਾਲ ਹੈ। ਆਮੈਨ। ਤੋ ਇਹ ਧਿਆਨ ਰੱਖਣਾ। ਇਸ ਤੋਂ ਬਾਅਦ ਜੋ ਹੈ ਕਿ ਪ੍ਰਭੂ ਦੇ ਵਚਨ ਵੱਲ ਅਸੀਂ ਧਿਆਨ ਦੇਵਾਂਗੇ, ਉਤਸ਼ਾਹਿਤ ਹੋ ਕਰ ਹੋਰ ਵੱਡੇ ਕੰਮਾਂ ਦੇ ਲਈ ਆਪਣੇ ਆਪ ਨੂੰ ਤਿਆਰ करांगे। मैं इसके साथ ये भी जोड़ना चाहूँगी कि चिल्ड्रंस चर्च एक्टिव हो चुका है और चिल्ड्रंस चर्च के टीचर्स आपके बच्चों या आपको कांटेक्ट करेंगे। बाय चांस आपको फ़ोन नहीं आता है तो बिगिनर प्राइमरी क्लास के लिए आप बहन अमरजीत कौर जो अलीपुर से हैं, रानी इनको बताते हैं, और प्रीति बाबू सिंह कॉलोनी, उनको कांटेक्ट कर सकते हैं। उनके नंबर आपके पास होंगे। और जूनियर क्लास के लिए अलीज़ा, बहन अलीज़ा हैं, और साथ में ही रंजना जो तफजलपुर से आते हैं, रंजना वो हैं, एंजेलिका हैं, एंजेलिका को आप कांटेक्ट कर सकते हैं। बाई चांस आपके यहाँ फ़ोन कॉल्स नहीं आता है क्योंकि इनके पास रजिस्टर्स नहीं हैं तो इन्होंने बस नाम याद करके बोला, आप प्लीज़ इनको कांटेक्ट कीजिए ताकि ये चिल्ड्रंस चर्च की सुविधा टाइम टू टाइम आपके बच्चों को भी पहुँचाई जा सके।
मेरे ख्याल एज लिमिट बताए तो हाँ, एज लिमिट है 3 से 6 साल के बच्चे बिगिनर, 7 से 9 साल के बच्चे प्राइमरी, 10 से 12 साल के बच्चे जूनियर। तो आप लोग अपने अपने हिसाब से इन टीचर्स को कांटेक्ट कर सकते हैं। जय मसीह की। ਜੈ ਮਸੀਹ ਕੀ। ਸਾਰਿਆਂ ਨੂੰ ਜੈ ਮਸੀਹ ਦੀ। ਇਹ ਸਮਾਂ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਦੇ ਵੱਲ ਧਿਆਨ ਦੇਵਾਂਗੇ। ਅੱਜ ਜਿਸ ਵਿਸ਼ੇ ਦੇ ਉੱਤੇ ਮੈਂ ਤੁਹਾਡੇ ਨਾਲ ਸਗੋਂ ਗੱਲ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਅਨਿਸ਼ਚਿਤ ਸਮਾਂ 'ਤੇ ਅੱਗੇ ਵਧਣਾ। ਹੁਣ ਜਦ ਅਸੀਂ ਇਸ ਪਰਿਸਥਿਤੀ ਨੂੰ ਵੇਖ ਰਹੇ ਹਾਂ ਜਿੱਥੇ ਚਾਰੋਂ ਪਾਸੇ ਕੋਵਿਡ ਜਾਂ ਕਰੋਨਾ ਵਾਇਰਸ ਦੇ ਇਸ ਸਮੱਸਿਆ ਦੇ ਕਾਰਨ परिस्थिति इस तरह की है जिथे कुछ पक्का पता नहीं लग रहा है कि अगे की होवेगा। एक पासे लॉकडाउन कदों ख़त्म होवेगा, दूजे पासे आर्थिक स्थिति किस तरह की होवेगी, तीजा कोविड ये 19 या कोरोना वायरस की बीमारी बिल्कुल ही ख़त्म हो जाएगी कि नहीं, तो होर पासे दोबारा कुछ मेरी आमदनी का कुछ ज़रिया मिलेगा कि नहीं, नौकरी मिलेगी कि नहीं। काफ़ी सारे एक इस तरह की एक परिस्थिति है जिथे सब एक तरीके नाल अनिश्चित है। हुण बाइबल दे विच मैं सगों तुहाडा ध्यान एक इसी तरह के अनिश्चित परिस्थिति दे वल लेकर जाना चाहता हाँ जिथे असी वेखते हाँ कि जब परमेश्वर ने इजराइलियां नूं मिस्र देश तो छुड़ाउण लई मिस्र देश दे विच कई महामारियां या भारी विपत्ति नूं लेकर आया ते उत्थे मिस्र देश तो छुड़ा कर जब वो मिस्र देश तो बाहर निकले हुण एक इस तरह की परिस्थिति दे विच वो पहुँच गए जिथे असी वेखते हाँ कि उन्हां दे सामने लाल समुंदर सी ते उत्थे आकर जद रुक गए कुछ समां बाद जिहड़े मिस्र देश का फिरौन सी उहने अचानक ये सोचा हो असी की किता है, इन्हों इन इजराइलियां नूं तो इस तरीके दे नाल भेजना नहीं चाहिए सी। इस करके रथ घोड़े सैनिक सारियां नूं तैयार करके कहा कि असी उन इजराइलियां नूं वापस लेकर आवांगे। जब उसी तरह वो उन्हां दे पिछे वो गए तो इजराइलियां दे सामने लाल समुंदर है तो उन्हां दे पिछे जिहड़े हैं मिस्री सैनिक उन्हां ते हमला करन लई सारे उधर उड़ीक मतलब उन्हां दे पिछे आ गए। हुण इस तरह की अनिश्चित परिस्थिति सी, कदे भी इस तरह का सामना उन्होंने नहीं किया। इन्हों कुछ दिखाई नहीं दे रहा सी कि अगे की होवेगा। ते हुण शायद असी भी हुण इसी तरीके दे नाल महसूस कर रहे हाँ ते बाइबल दे विच असी सगों वेखदे हाँ कि जब ये परिस्थिति आई बाइबल कहती है कि जब इजराइलिया ने अपना सर उठा के वेख्या कि ये मिस्र सैनिक इन्हां दे पिछे आ रही है, इन्हां ते हमला करन लई वापस गुलामी दे विच लेके जाउण लई, ते वो मतलब परमेश्वर तो दुआई मंगन लगे। दूजे पासे मूसा नूं वेख के कहण लगे कि मिस्र देश विच इन्ने कबर नहीं सी कि तुसीं सानूं इत्थे लेकर आ गए, ते की होवेगा साडा। घबराए हुए डरे हुए चिंतित सी। ते वो एक समा सी जब मूसा परमेश्वर कोल गया, मूसा परमेश्वर तो विनती कर रहा है। ते असी ये घटना जो है कूच या हिंदी दे विच निर्गमन दे 14वें अध्याय दे विच वेखदे हाँ ते मैं उस विचों एक ही वचन वल तुहाडा ध्यान लेकर जाना चाहता हाँ जो कूच या निर्गमन 14वें अध्याय दा 15 आयत है। 15 आयत इस तरह कहता है, तब यहोवा ने मूसा से कहा, तू क्यों मेरी दुआ ही दे रहा है? इजराइलियों को आज्ञा दे कि यहाँ से कूच करे। प्रभु परमेश्वर मूसा नूं यह कहता है, तू क्यों मेरे को आके विनती कर रहा है? इजराइलियां नूं अगे जाण दी आज्ञा दे। अज दा जो विषय भी मैं जो तुहाडे नाल गल करना चाह रहा, अनिश्चित समां दे विच अगे जाना। परमेश्वर ने तुहानूं अते मैनूं इस करके चुनिया है कि असी अगे जाए।
ਇਹ ਨਹੀਂ ਕਿ ਅਸੀਂ ਇੱਥੇ ਹੀ ਇਸ ਦੇ ਵਿੱਚ ਰੁਕ ਜਾਏ, ਇੱਥੇ ਹੀ ਇਸ ਪਰਿਸਥਿਤੀ ਦੇ ਵਿੱਚ ਡੁੱਬ ਜਾਏ, ਇੱਥੇ ਹੀ ਅਸੀਂ ਖਤਮ ਹੋ ਜਾਏ। ਉਹਦੇ ਲਈ ਪਰਮੇਸ਼ਵਰ ਨੇ ਨਾ ਤੁਹਾਨੂੰ ਤੇ ਨਾ ਮੈਨੂੰ ਚੁਣਿਆ ਹੈ। ਤੇ ਇਸ ਕਰਕੇ ਇਹ ਯਾਦ ਰੱਖੋ ਕਿ ਪ੍ਰਭੂ ਚਾਹੁੰਦਾ ਹੈ ਜਿਸ ਤਰ੍ਹਾਂ ਇਜ਼ਰਾਈਲੀਆਂ ਨੂੰ ਪਰਮੇਸ਼ਵਰ ਨੇ ਕਿਹਾ, ਅੱਗੇ ਤੁਸੀਂ ਜਾਓ, ਤੁਸੀਂ ਅਤੇ ਮੈਂ ਅਸੀਂ ਅੱਗੇ ਜਾਵਾਂਗੇ। ਥੋੜ੍ਹਾ ਜਿਹਾ ਹੋਰ ਵੀ ਇਸ ਗਹਿਰਾਈ ਦੇ ਵਿੱਚ ਇੱਥੇ ਕੁਝ ਗੱਲਾਂ ਦੇ ਵੱਲ ਮੈਂ ਚਾਹੁੰਦਾ ਹਾਂ ਕਿ ਅਸੀਂ ਥੋੜ੍ਹਾ ਜਿਹਾ ਧਿਆਨ ਦੇ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡੇ ਲਈ ਇਹ ਇੱਕ ਹੈਰਾਨੀ ਦੀ ਗੱਲ ਹੈ, ਪਰ ਪਰਮੇਸ਼ਵਰ ਲਈ ਬਿਲਕੁਲ ਨਹੀਂ। ਹੁਣ ਦੀ ਜੋ ਪਰਿਸਥਿਤੀ ਆਈ ਹੈ, ਅਸੀਂ ਕਦੇ ਵੀ ਇਸ ਦੇ ਬਾਰੇ ਸੋਚਿਆ ਹੀ ਨਹੀਂ ਹੋਵੇਗਾ। ਮੈਨੂੰ ਪੁੱਛੋਗੇ ਤਾਂ ਮੈਂ ਕਦੇ ਵੀ ਇਸ ਤਰ੍ਹਾਂ ਹੋਵੇਗਾ ਕਰਕੇ ਮੇਰੇ ਵਿਚਾਰ ਵਿੱਚ ਹੀ ਨਹੀਂ ਆਇਆ। ਪਰ ਹੁਣ ਇਹ ਇੱਕ ਹਕੀਕਤ ਹੈ, ਸਾਡੇ ਲਈ ਹੈਰਾਨੀ ਦੀ ਗੱਲ ਹੈ, ਪਰ ਪਰਮੇਸ਼ਵਰ ਦੇ ਲਈ ਇਹ ਕੋਈ ਹੈਰਾਨੀ ਦੀ ਗੱਲ ਬਿਲਕੁਲ ਵੀ ਨਹੀਂ ਸੀ। ਪਰਮੇਸ਼ਵਰ ਜਾਣਦਾ ਸੀ ਕਿ ਇਸ ਤਰ੍ਹਾਂ ਦੀ ਪਰਿਸਥਿਤੀ ਆਏਗੀ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਬਹੁਤ ਜ਼ਰੂਰੀ ਹੈ ਹੁਣ ਦੇ ਪਰਿਸਥਿਤੀ ਦੇ ਵਿੱਚ ਅਸੀਂ ਜੋ ਹੈ ਆਪਣੇ ਪਰਮੇਸ਼ਵਰ ਦੇ ਵੱਲ ਆਪਣੀ ਨਿਗਾਹ ਉਠਾਏ। ਆਮ ਤੌਰ 'ਤੇ ਇਸ ਤਰ੍ਹਾਂ ਦੇ ਪਰਿਸਥਿਤੀ ਦੇ ਵਿੱਚ ਸਾਡਾ ਧਿਆਨ ਪਰਿਸਥਿਤੀ ਦੇ ਵੱਲ ਹੁੰਦਾ ਹੈ, ਸਾਡਾ ਧਿਆਨ ਅਨਿਸ਼ਚਿਤ ਸਥਿਤੀ ਦੇ ਵੱਲ ਹੁੰਦਾ ਹੈ, ਸਾਡਾ ਧਿਆਨ ਕਈ ਕੀ ਹੋਵੇਗਾ ਕਰਕੇ ਉਨ ਸਾਰੇ ਪ੍ਰਸ਼ਨਾਂ ਦੇ ਵੱਲ ਸਾਡਾ ਧਿਆਨ ਹੁੰਦਾ ਹੈ। ਕਿਸੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਿਖਿਆ ਸੀ ਕਿ ਜੋ ਵਿਅਕਤੀ ਜੋ ਹੈ ਇਸ ਸਮਾਂ ਦੇ ਹਾਲਾਤ ਦੇ ਵਿੱਚ ਪ੍ਰਾਕ੍ਰਿਤਿਕ ਤੌਰ 'ਤੇ ਉਸ ਦਾ ਪ੍ਰਤੀ ਉੱਤਰ ਕੀ ਹੁੰਦਾ ਹੈ ਅਤੇ ਆਲੌਕਿਕ ਤੌਰ 'ਤੇ ਸਾਡਾ ਪ੍ਰਤੀ ਉੱਤਰ ਕੀ ਹੋਣਾ ਚਾਹੀਦਾ ਹੈ, ਉਹਦੇ ਬਾਰੇ ਕਿਸੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ। ਪ੍ਰਾਕ੍ਰਿਤਿਕ ਤੌਰ 'ਤੇ ਇੱਕ ਵਿਅਕਤੀ ਦਾ ਧਿਆਨ ਜੋ ਹੈ ਇੱਕ ਪਰਿਸਥਿਤੀ ਦੇ ਵੱਲ ਹੁੰਦਾ ਹੈ। ਇਸ ਤਰ੍ਹਾਂ ਦੀ ਪਰਿਸਥਿਤੀ ਹੈ, ਲੋਕੀ ਇਸ ਤਰ੍ਹਾਂ ਗੱਲ ਕਰ ਰਹੇ ਹਨ, ਖਬਰ ਇਹ ਆ ਰਹੀ ਹੈ, ਪਤਾ ਨਹੀਂ ਕੀ ਹੋਵੇਗਾ, ਤਾਂ ਉਹ ਇੱਕ ਹੈ। ਪਰ ਆਲੌਕਿਕ ਤੌਰ 'ਤੇ ਸਾਡਾ ਪ੍ਰਤੀ ਉੱਤਰ ਕੀ ਹੋਣਾ ਚਾਹੀਦਾ ਹੈ? ਸਾਡਾ ਪ੍ਰਤੀ ਉੱਤਰ ਇਹ ਹੋਣਾ ਚਾਹੀਦਾ ਹੈ, ਅਸੀਂ ਆਪਣੀ ਨਿਗਾਹ ਆਪਣੇ ਪਰਮੇਸ਼ਵਰ ਦੇ ਵੱਲ ਉਠਾਏ। ਦੂਜੇ ਜੋ ਪ੍ਰਤੀ ਉੱਤਰ ਜੋ ਪ੍ਰਾਕ੍ਰਿਤਿਕ ਤੌਰ 'ਤੇ ਹੁੰਦਾ ਹੈ, ਉਹ ਇਹ ਹੈ ਕਿ ਇੱਕ ਡਰ ਤੇ असुरक्षित महसूस होना, डरया होया, असुरक्षित, पता नहीं की होवेगा। पर अलौकिक तौर पे साडा ध्यान जो होना चाहिए है वो ये है कि साडे अंदर एक विश्वास, साडे अंदर ये एक आशा कि मेरा परमेश्वर मैनू एदे विचों लंघ के जावेगा, वो लेके जावेगा। और जो प्रति उत्तर असी प्राकृतिक तौर पे वेखते हाँ वो ये है कि असी जो है कि इस तरह की होवेगा करके एक चिंता, असी सब कुछ की है इकट्ठा कर ले, ये इकट्ठा कर ले, वो इकट्ठा कर ले, इस तरह इकट्ठा करन दा, सब कुछ अपने कोल जमा करके रखन दा। हुण असी जानते हाँ कि लंगर है, राशन मिल रहा है, कुछ इस तरह के भी लोग सारे जद है भी होर भी इकट्ठा कर रहे, होर भी इकट्ठा कर रहे हैं। उन्हां दा ध्यान सिर्फ अपने वल ही है, अपना बस हो जाए करके। दूजे पासे अलौकिक तौर पे की होना चाहिए है, एक उदारता साडे अंदर होना चाहिए कि ये समा सिर्फ असी नहीं है जो उस औखे हालत विचों गुजर के जा रहे हाँ, पर असी इस हालत दे विच भी दूजियां दी मदद किवें कर सकते हाँ, उस कोशिश दे विच सानू सगों होना बहुत ही ज़्यादा ज़रूरी है। इस करके असी उस तरीके दा एक प्रति उत्तर अपने अंदर दे। चौथा असी वेखते हाँ एक डिप्रेशन, एक इस तरह दे निराशा दा एक प्रति उत्तर हुंदा है कि उस दे विच ही डुब जाना है। पर यह एक समा है जिथे आनंदित होना, जिथे एक आशा असी वेखिए। सगों वही वचन मैनू याद आंदा है जिथे रोमियो दी पत्री 8:28 कहता, वो जो कोई उसनू प्यार करता है वो मर्जी के मुताबिक बुलाया गया है, वो जीवन में जो कुछ हुंदा है उस दे भलाई
ਲਈ ਉਤਪੰਨ ਹੁੰਦਾ ਹੈ। ਹਾਲੇਲੂਇਆ। ਉਸ ਦੀ ਭਲਾਈ ਦੇ ਲਈ ਉਤਪੰਨ ਹੁੰਦਾ ਹੈ। ਪਰਮੇਸ਼ਵਰ ਨੂੰ ਅਸੀਂ ਪਿਆਰ ਕਰਦੇ ਹਾਂ, ਉਹਦੇ ਮਰਜ਼ੀ ਦੇ ਮੁਤਾਬਿਕ ਅਸੀਂ ਬੁਲਾਏ ਗਏ ਹਾਂ। ਸਾਡੇ ਜੀਵਨ ਵਿੱਚ ਜੋ ਕੁਝ ਹੋਵੇਗਾ ਉਹ ਸਾਡੇ ਭਲਾਈ ਦੇ ਲਈ ਹੀ ਉਤਪੰਨ ਹੋਵੇਗਾ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਇਸ ਸਮਾਂ ਸਾਡੀ ਨਿਗਾਹ ਆਪਣੇ ਪਰਮੇਸ਼ਵਰ ਦੇ ਵੱਲ ਉਠਾਏ, ਉਸ ਦੇ ਵੱਲ ਅਸੀਂ ਉਠਾ ਕੇ ਰੱਖੀਏ। ਦੂਜੀ ਗੱਲ ਇਹ ਹੈ, ਬਹੁਤ ਹੀ ਜ਼ਰੂਰੀ ਹੈ ਕਿ ਜੋ ਪਹਿਲਾ ਪਰਮੇਸ਼ਵਰ ਨੇ ਕੰਮ ਕੀਤਾ ਸੀ ਉਸ ਨੂੰ ਅਸੀਂ ਯਾਦ ਕਰੀਏ। ਇਜ਼ਰਾਈਲੀ ਜਦ ਇਸ ਪਰਿਸਥਿਤੀ ਦੇ ਵਿੱਚ ਸੀ ਜਿੱਥੇ ਉਹਨਾਂ ਦੇ ਸਾਹਮਣੇ ਲਾਲ ਸਮੁੰਦਰ, ਪਿੱਛੇ ਮਿਸਰ ਦੇਸ਼ ਦੇ ਸੈਨਿਕ ਸੀ ਉਸ 'ਤੇ ਉਹਨਾਂ 'ਤੇ ਹਮਲਾ ਕਰਨ ਲਈ, ਉਹ ਸਮਾਂ ਉਹਨਾਂ ਦਾ ਧਿਆਨ ਕਿੱਥੇ ਗਿਆ ਕਿ ਮਿਸਰ ਦੇਸ਼ ਦੇ ਵਿੱਚ ਕਬਰ ਨਹੀਂ ਸੀ, ਸਾਡਾ ਕੀ ਹੋਵੇਗਾ। ਉਹ ਉਸ ਵਿਚਾਰ ਉਨ ਗੱਲਾਂ ਨੂੰ ਆਪਣੇ ਮਨ ਵਿੱਚ ਲੈ ਕਰ ਨਹੀਂ ਆ ਪਾਏ ਕਿ ਪਰਮੇਸ਼ਵਰ ਨੇ ਉਹ 10 ਮਹਾਮਾਰੀਆਂ ਦੇ ਦੁਆਰਾ, ਉਸ 10 ਭਾਰੀ ਵਿਪੱਤੀ ਦੇ ਦੁਆਰਾ ਜੋ ਆਪਣੇ ਆਪ ਨੂੰ ਸਾਬਿਤ ਕੀਤਾ ਸੀ, ਉਹ ਸਮਾਂ ਜਦ ਪਰਮੇਸ਼ਵਰ ਇਹ ਦਿਖਾਣਾ ਚਾਹ ਰਿਹਾ ਸੀ ਕਿ ਉਹ ਕੌਣ ਹੈ। ਇਸ ਸਮਾਂ ਪਰਮੇਸ਼ਵਰ ਯਹੀ ਚਾਹੁੰਦਾ ਸੀ ਕਿ ਇਜ਼ਰਾਈਲੀ ਉਨ ਗੱਲਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਅੰਦਰ ਇੱਕ ਵਿਸ਼ਵਾਸ ਜਗ ਜਾਏ ਕਿ ਹੁਣ ਵੀ ਮੈਂ ਵਹੀ ਪਰਮੇਸ਼ਵਰ ਹਾਂ ਜੋ ਅਦਭੁਤ ਕੰਮ ਕਰਕੇ ਅੱਗੇ ਲੈ ਕੇ ਜਾਵੇਗਾ। ਸ਼ਾਇਦ ਤੁਸੀਂ ਕਹਿ ਰਹੇ ਹੋਗੇ ਕਿ ਇਸ ਤਰ੍ਹਾਂ ਦੀ ਪਰਿਸਥਿਤੀ ਦਾ ਸਾਹਮਣਾ ਤਾਂ ਅਸੀਂ ਨਹੀਂ ਕੀਤਾ, ਇਜ਼ਰਾਈਲੀਆਂ ਨੇ ਵੀ ਇਸ ਤਰ੍ਹਾਂ ਦੀ ਪਰਿਸਥਿਤੀ ਦਾ ਸਾਹਮਣਾ ਤਾਂ ਨਹੀਂ ਕੀਤਾ, ਪਰ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਵੀ ਵੇਖੀਏ ਤਾਂ ਕਈ ਇਸ ਤਰ੍ਹਾਂ ਦੀ ਪਰਿਸਥਿਤੀਆਂ ਦਾ ਸਾਹਮਣਾ ਪਹਿਲਾਂ ਅਸੀਂ ਨਹੀਂ ਕੀਤਾ, ਪਰ ਪਰਮੇਸ਼ਵਰ ਨੇ ਕੀ ਉਸ ਵਿੱਚੋਂ ਸਾਨੂੰ ਕੱਢਿਆ ਨਹੀਂ ਹੈ? ਪਰਮੇਸ਼ਵਰ ਨੇ ਕੀ ਆਪਣਾ ਚਮਤਕਾਰ ਨਹੀਂ ਕੀਤਾ? ਪਰਮੇਸ਼ਵਰ ਨੇ ਕੀ ਆਪਣੇ ਆਪ ਨੂੰ ਸਾਬਿਤ ਨਹੀਂ ਕੀਤਾ? ਉਸਨੇ ਕੀਤਾ ਹੈ। ਤਾਂ ਹੁਣ ਵੀ ਵਹੀ ਪਰਮੇਸ਼ਵਰ ਹੈ ਜੋ ਕੱਲ, ਅੱਜ ਤੇ ਯੁਗਾਨ-ਯੁਗ ਇੱਕੋ ਜਿਹਾ ਪਰਮੇਸ਼ਵਰ ਹੈ। ਹਾਲੇਲੂਇਆ। ਉਹ ਇੱਕੋ ਜਿਹਾ ਪਰਮੇਸ਼ਵਰ ਹੈ। ਇਸ ਕਰਕੇ ਲੋੜ ਇਹ ਹੈ ਕਿ ਅਸੀਂ ਉਸ ਗੱਲ ਨੂੰ ਮਨ ਵਿੱਚ ਰੱਖੀਏ ਤੇ ਇਸ ਤਰੀਕੇ ਦੇ ਨਾਲ ਜੋ ਹੈ ਅੱਗੇ ਵਧੀਏ। ਇੱਕ ਨੇ ਬਹੁਤ ਹੀ ਵਧੀਆ ਇੱਕ ਕਹਾਵਤ ਸਗੋਂ ਕਿਹਾ ਹੈ ਜੋ ਮੈਂ ਪਹਿਲੇ ਅੰਗਰੇਜ਼ੀ ਦੇ ਵਿੱਚ ਤੁਹਾਡੇ ਲਈ ਪੜ੍ਹਨਾ ਚਾਹਾਂਗਾ, ਉਸ ਤੋਂ ਬਾਅਦ ਉਸ ਨੂੰ ਪੰਜਾਬੀ ਦੇ ਵਿੱਚ ਵੀ ਮੈਂ ਦੱਸਾਂਗਾ। Your strength doesn't come from winning. It comes from struggles and hardship. Everything that you go through prepares you for the next level. ਜਰਮਨੀ ਕੈਂਟ ਕਰਕੇ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਕਹਾਵਤ ਕਿਹਾ ਹੈ, ਸਾਡਾ ਬਲ ਜਿੱਤ ਦੇ ਦੁਆਰਾ ਸਾਨੂੰ ਨਹੀਂ ਮਿਲਦਾ ਹੈ, ਪਰ ਉਹ ਸਗੋਂ ਸੰਘਰਸ਼ ਅਤੇ ਕਸ਼ਟ ਤੋਂ ਸਾਨੂੰ ਮਿਲਦਾ ਹੈ। ਤੇ ਜਿਸ ਵੀ ਪਰਿਸਥਿਤੀ ਦਾ ਸਾਹਮਣਾ ਅਸੀਂ ਹੁਣ ਕਰ ਰਹੇ ਹਾਂ ਉਹ ਸਾਨੂੰ ਅਗਲੇ ਸਤਰ 'ਤੇ ਲੈ ਕੇ ਜਾਣ ਲਈ ਸਾਡੇ ਜੀਵਨ ਦੇ ਵਿੱਚ ਆਇਆ ਹੈ। ਹੁਣ ਦੀ ਪਰਿਸਥਿਤੀ ਜਿਸ ਨੂੰ ਤੁਸੀਂ ਵੇਖ ਕੇ ਸ਼ਾਇਦ ਕਹਿ ਰਹੇ ਹੋ ਇੰਨਾ ਔਖਾ, ਕੀ ਹੋਵੇਗਾ ਤੁਹਾਡੇ ਮਨ ਦੇ ਵਿੱਚ ਜੇਕਰ ਚਿੰਤਾ ਹੈ, ਮੈਂ ਇਹ ਚਾਹੁੰਦਾ ਹਾਂ ਕਿ ਹੁਣ ਤੁਸੀਂ ਇਸ ਗੱਲ ਨੂੰ ਆਪਣੇ ਮਨ ਵਿੱਚ ਰੱਖ ਲਓ, ਇਹ ਤੁਹਾਡੇ ਲਈ ਇਸ ਕਰਕੇ ਹੈ ਕਿ ਤੁਸੀਂ ਅਗਲੇ ਸਤਰ 'ਤੇ ਸਗੋਂ ਤੁਸੀਂ ਜਾ ਸਕੋ। ਹਾਲੇਲੂਇਆ। ਤਾਂ ਕਿ ਤੁਸੀਂ ਅਗਲੇ ਸਤਰ 'ਤੇ ਤੁਸੀਂ ਜਾ ਸਕੋ। ਇਹ ਪਰਿਸਥਿਤੀ ਤੁਹਾਡੇ ਬਿਜ਼ਨਸ ਦੇ ਵਿੱਚ ਹੋਵੇ, ਇਹ ਪਰਿਸਥਿਤੀ ਤੁਹਾਡੇ ਆਤਮਿਕ ਜੀਵਨ ਵਿੱਚ ਹੋਵੇ, ਤੁਹਾਡੇ ਪਰਿਵਾਰਿਕ ਜੀਵਨ ਦੇ ਵਿੱਚ ਹੋਵੇ, ਹੋਰ ਪੜ੍ਹਾਈ ਦੇ ਵਿਸ਼ੇ ਦੇ ਵਿੱਚ ਹੋਵੇ, ਕੰਮ ਦੇ ਵਿਸ਼ੇ ਦੇ ਵਿੱਚ ਹੋਵੇ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਵੇਖੋ ਇਹ ਤੁਹਾਨੂੰ ਅਗਲੇ ਕੀ ਹੈ ਸਤਰ 'ਤੇ ਲੈ ਕਰ ਜਾਵੇਗਾ। ਤੀਜੀ ਗੱਲ ਜਿਸ ਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਇਹ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜੀ ਗੱਲਾਂ ਸਾਡੇ ਨਿਯੰਤਰਣ ਵਿੱਚ ਹੈ ਉਸ ਨੂੰ ਆਪਣੇ ਨਿਯੰਤਰਣ ਦੇ ਵਿੱਚ ਹੀ ਰੱਖੀਏ। ਜਿਹੜੀ ਗੱਲਾਂ ਸਾਡੇ ਨਿਯੰਤਰਣ ਵਿੱਚ ਹੈ ਉਸ ਨੂੰ ਆਪਣੇ ਨਿਯੰਤਰਣ ਵਿੱਚ ਹੀ ਵੇਖੀਏ। ਕਰੋਨਾ ਵਾਇਰਸ ਦੀ ਪਰਿਸਥਿਤੀ ਸਾਡੇ ਹੱਥ ਵਿੱਚ ਨਹੀਂ ਹੈ, ਪਰ ਅਸੀਂ ਉਸ ਦਾ ਪ੍ਰਤੀ ਉੱਤਰ ਕਿਸ ਤਰੀਕੇ ਦੇ ਨਾਲ ਦੇ ਰਹੇ ਹਾਂ ਉਹ ਸਾਡੇ ਵਿੱਚ ਹੈ। ਅਸੀਂ ਕਿੱਦਾਂ ਸੋਚਣਾ ਚਾਹੀਦਾ ਹੈ ਉਹ ਸਾਡੇ ਹੱਥ ਵਿੱਚ ਹੈ। ਅਸੀਂ ਕਿਸ ਤਰੀਕੇ ਦੇ ਨਾਲ ਪ੍ਰਤੀ ਉੱਤਰ ਦੇਣਾ ਹੈ ਉਹ ਸਾਡੇ ਵਿੱਚ ਹੈ। ਅਸੀਂ ਇਸ ਦੌਰਾਨ ਕੀ ਕਰ ਸਕਦੇ ਹਾਂ ਉਹ ਸਾਡੇ ਹੱਥ ਵਿੱਚ ਹੈ। ਤਾਂ ਇਸ ਕਰਕੇ ਅਸੀਂ ਵੇਖਣਾ ਕਿਹੜੀ ਗੱਲਾਂ ਸਾਡੇ ਹੱਥ ਵਿੱਚ ਹੈ, ਅਸੀਂ ਉਸ ਦੇ ਵੱਲ ਸਗੋਂ ਧਿਆਨ ਸਗੋਂ ਦੇ। ਆਮ ਤੌਰ 'ਤੇ ਸਾਡਾ ਧਿਆਨ ਉਨ ਚੀਜ਼ਾਂ ਦੇ ਵੱਲ ਜਾਂਦਾ ਜੋ ਸਾਡੇ ਕੰਟਰੋਲ ਵਿੱਚ ਨਹੀਂ ਹੈ, ਪਰ ਕੀ ਫਾਇਦਾ ਜੇਕਰ ਅਸੀਂ ਉਨ ਚੀਜ਼ਾਂ ਦੇ ਵੱਲ ਧਿਆਨ ਦੇ
ਪ੍ਰਭੂ ਇਹੀ ਚਾਹੁੰਦਾ ਹੈ ਕਿ ਅਸੀਂ ਜੋ ਸਾਡੇ ਹੱਥ ਵਿੱਚ ਅਸੀਂ ਕਰ ਸਕਦੇ ਹਾਂ ਉਸ ਦੇ ਵੱਲ ਪੂਰਾ ਧਿਆਨ ਅਸੀਂ ਦੇ, ਪੂਰਾ ਆਪਣੇ ਆਪ ਨੂੰ ਉਸ ਦੇ ਲਈ ਸਮਰਪਣ ਸਗੋਂ ਕਰੀਏ ਤੇ ਅੱਗੇ ਅਸੀਂ ਵੱਧਦੇ ਜਾਏ। ਪ੍ਰਭੂ ਨੇ ਉਸ ਪਰਿਸਥਿਤੀ ਦੇ ਵਿੱਚ ਇਜ਼ਰਾਈਲੀ ਸਾਹਮਣਾ ਕਰ ਰਹੇ ਸੀ, ਇੱਕ ਇਹ ਸੀ, ਮੂਸਾ ਨੂੰ ਕਿਹਾ ਤੂੰ ਆਪਣੀ ਲਾਠੀ ਨੂੰ ਉਸ ਤਰ੍ਹਾਂ ਕੀ ਹੈ ਉੱਥੇ ਮਾਰ, ਉਹ ਅੱਗੇ ਵਧਾ, ਉਹ 2 ਭਾਗਾਂ ਦੇ ਵਿੱਚ ਵੰਡ ਜਾਵੇਗਾ। ਉਹ ਕਰਨਾ ਸੀ ਤੇ ਦੂਜਾ ਇਜ਼ਰਾਈਲੀਆਂ ਨੂੰ ਇਹ ਕਰਨਾ ਸੀ, ਉਸ ਵਿੱਚੋਂ ਲੰਘ ਕੇ ਜਾਣਾ ਸੀ। ਉਹ ਇੱਕ ਸੌਖਾ ਕੰਮ ਨਹੀਂ ਸੀ। ਦੋਨੋਂ ਪਾਸੇ ਉਹ ਦੇਖ ਰਹੇ हैं ਕਿ दीवार किस दी दीवार है, ईंटा दी दीवार नहीं है, वो सगों पानी दी दीवार है। वो जब पानी दी दीवार विचों वो देख रहे हैं कि कई जो है समुंदर दी जीव जंतु हैं जो जा रहे हैं, शार्क है, वेल है, वड्डी वड्डी मच्छियाँ, वो कहीं मतलब पानी इस तरह आ ना जावे कि वो रास्ता भी सौखा नहीं सी, कई पत्थर सी, उबड़ खाबड़ भी सी, फिसलन वाला भी सी, और सूखा नहीं सी, पर उस विचों वो जान लई परमेश्वर ये चाह रहा सी। ये अगे जाना सौखा ना भी होवे, पर उस औखे परिस्थिति दे विच ही है कि परमेश्वर की है अपने आप नूं साडे जीवन दे विच साबित करना चाहुंदा है। क्योंकि इस औखे परिस्थिति दे विच ही जो है वही परिस्थिति सानू अगले स्तर ते भी लेकर जावेगा। इस करके जेड़ी गल्लां साडे हत्थ विच है उस ते वल असीं ध्यान दे ते अगे असीं जाइए। हालेलुया। चौथे ते आखिरी गल जो सानू जिस दे वल ध्यान देने दी लोड़ है वो ये है, एक सही की है असीं अपने नज़रिया ਨੂੰ ਆਪਣੇ ਜੀਵਨ ਵਿੱਚ ਰੱਖੇ, ਇੱਕ ਸਹੀ ਨਜ਼ਰੀਆ ਆਪਣੇ ਜੀਵਨ ਦੇ ਵਿੱਚ ਅਸੀਂ ਰੱਖਣਾ ਹੈ। ਕਿਸ ਨਜ਼ਰੀਏ ਦੇ ਨਾਲ ਅਸੀਂ ਵੇਖ ਰਹੇ ਹਾਂ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਮੈਂ ਇਨ ਦਿਨਾਂ ਦੇ ਵਿੱਚ ਜੌਨ ਮੈਕਸਵੈਲ ਦਾ ਕਈ ਮੈਂ ਸੁਣ ਰਿਹਾ ਹਾਂ ਤੇ ਉਹ ਇੱਕ ਨੂੰ ਜੋ ਮੈਂਟਰ ਕਰ ਰਹੇ ਹਨ, ਉਹ ਮੈਂਟਰ ਮਤਲਬ ਉਹਨਾਂ ਨੂੰ ਸਿਖਾ ਰਹੇ, ਉਹਨਾਂ ਨੂੰ बढ़ा ਰਹੇ ਹੈ ਤੇ ਉਹ ਵਿਅਕਤੀ ਇਹ ਕਹਿੰਦਾ ਹੈ ਜੌਨ ਮੈਕਸਵੈਲ ਨੂੰ ਵੇਖ ਕੇ ਕਿ ਇਨ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਦੇ ਵੱਲ ਬਾਰ-ਬਾਰ ਜ਼ੋਰ ਦੇ ਰਹੇ ਹੋ, ਉਹ ਕੀ ਹੈ ਕਿ ਤੁਹਾਡੇ ਨਜ਼ਰੀਏ ਨੂੰ ਸਹੀ ਰੱਖੋ, ਆਪਣੇ ਨਜ਼ਰੀਏ ਨੂੰ ਸਹੀ ਰੱਖੋ। अपने नज़रिए ਨੂੰ ਸਹੀ ਰੱਖਣ ਦਾ ਮਤਲਬ ਇਹ ਹੈ ਕਿ ਹਰ ਇੱਕ परिस्थिति ਦੇ ਵਿੱਚ ਕੁਝ ਭਲਾ ਵੇਖਣਾ। ਹਾਲੇਲੂਇਆ। ਹਰ ਇੱਕ परिस्थिति ਦੇ ਵਿੱਚ ਕੁਝ ਭਲਾ ਵੇਖਣਾ। रोमियो दे पत्री 8:28 भी वही कहता है, कुछ भला वेखो, कुछ भला है जो प्रभु करना चाहता है। आमीन। तो बहुत ही ज़्यादा ज़रूरी है कि असी उसने वेखिए। एक कहावत जो है ब्रायन ट्रेसी करके एक मोटिवेशनल स्पीकर ने सगों के अंग्रेजी दे विच पहले मैं पढ़ना चाहांगा। लीडर्स थिंक एंड टॉक अबाउट सॉल्यूशंस, फॉलोअर्स थिंक एंड टॉक अबाउट प्रॉब्लम्स। अगुए सुझाव ਦੇ ਬਾਰੇ ਸੋਚਦੇ ਹਨ ਅਤੇ ਗੱਲਬਾਤ ਕਰਦੇ ਹਨ, ਪਰ ਜੋ ਕਿਸੇ ਦਾ ਪਿੱਛਾ ਕਰਦਾ ਹੈ ਜਾਂ ਅਨੁਸਰਨ ਕਰਨ ਵਾਲੇ ਲੋਕੀ ਕੀ ਹੈ ਸਮੱਸਿਆ ਦੇ ਬਾਰੇ ਸੋਚਦੇ ਹਨ ਅਤੇ ਉਸ ਦੇ ਬਾਰੇ ਗੱਲਬਾਤ ਕਰਦੇ ਹਨ। ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਬਣਨਾ ਚਾਹੁੰਦੇ ਹੋ? वो व्यक्ति जो अपनी अगुवाही करके आगे जाना चाहते हो, या मतलब अरे पता नहीं की होवेगा करके समस्या दे बारे ही गल करना चाहते हो? तुसी वो अगुए बनो जो अपने जीवन की अगुवाही वधिया तरीके दे नाल इस औखे परिस्थिति दे विच भी करके चाहते हो। याद रखो, प्रभु ने यही हुक्म इजराइलियां नूं दिता सी, जाओ अगे तुसी जाओ। तुसी कदम चुकोगे, परमेश्वर होर 10 कदम चुकन लई किरपा तुहानूं देगा। ये समा है कि असी याद रखें, इस विचों प्रभु लेकर जा रहा है। मुश्किल होवेगा, मैं ये इस गल नूं नकारना नहीं चाहता, मुश्किल होवेगा, पर तुसी उस शक्ति उस किरपा नूं पाकर अगे जाण लई बुलाए गए हो, उसके लई बुलाए गए हो। इस करके हिम्मत नहीं हारो, निराश नहीं होवो,
ਅਗਲੇ ਸਤਰ ਤੇ ਜਾਣ ਲਈ ਆਪਣੇ ਆਪ ਨੂੰ ਤਿਆਰ ਤੁਸੀਂ ਕਰੋ। ਪਰਮੇਸ਼ਵਰ ਤੁਹਾਡੇ ਨਾਲ ਹੈ, ਪ੍ਰਭੂ ਤੁਹਾਡੀ ਮਦਦ ਜ਼ਰੂਰ ਕਰੇਗਾ। ਉਸਨੇ ਕਿਹਾ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ ਤਾਂ ਕਦੇ ਨਹੀਂ ਤਿਆਗਾਂਗਾ, ਵੇਖੋ ਦੁਨੀਆ ਦੇ ਅੰਤ ਤੱਕ ਸਦਾ ਮੈਂ ਤੁਹਾਡੇ ਨਾਲ ਹੀ ਹਾਂ। ਸੱਚਮੁੱਚ ਤੁਹਾਡੇ ਨਾਲ ਹੈ। ਅੱਗੇ ਵਧੋ। ਜਦ ਤੁਹਾਨੂੰ ਅੱਗੇ ਕੁਝ ਇੱਦਾਂ ਦਿਖ ਨਹੀਂ ਰਿਹਾ ਹੈ, ਸਭ ਕੁਝ ਦਿਖੇਗਾ ਨਹੀਂ, ਪਰ ਅੱਗੇ ਜਾਓ, ਪ੍ਰਭੂ ਤੁਹਾਡੀ ਮਦਦ ਜ਼ਰੂਰ ਕਰੇਗਾ। ਇਹ ਸਮਾਂ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨਾ ਚਾਹਾਂਗਾ। ਆਪਣੇ ਅੱਖਾਂ ਨੂੰ ਅਸੀਂ ਬੰਦ ਕਰਾਂਗੇ। ਪਿਆਰੇ ਸਵਰਗੀ ਪਿਤਾ, ਇਸ ਅਨਿਸ਼ਚਿਤ ਸਮਾਂ ਦੇ ਵਿੱਚ ਪ੍ਰਭੂ ਕਈ ਵਾਰੀ ਸਾਡਾ ਧਿਆਨ ਆਲੇ ਦੁਆਲੇ ਜਾਂਦਾ ਹੈ, ਪ੍ਰਭੂ ਪਰਿਸਥਿਤੀ ਦੇ ਵੱਲ ਜਾਂਦਾ ਹੈ, ਪਰ ਕਿਰਪਾ ਕਰ ਇਸ ਸਮਾਂ ਪ੍ਰਭੂ ਅਸੀਂ ਆਪਣਾ ਧਿਆਨ ਤੁਹਾਡੇ ਵੱਲ ਬਣਾਏ ਰੱਖੇ। ਪਰਮੇਸ਼ਵਰ ਤੁਸੀਂ ਸਾਡੀ ਅਗਵਾਈ ਕਰਨ ਵਾਲੇ ਪਰਮੇਸ਼ਵਰ ਹੋ, ਤੁਸੀਂ ਸਾਡੀ ਮਦਦ ਕਰਨ ਵਾਲੇ ਪਰਮੇਸ਼ਵਰ ਹੋ। ਕਿਰਪਾ ਕਰਕੇ ਇਸ ਦੌਰਾਨ ਪਰਮੇਸ਼ਵਰ ਅਸੀਂ ਉਨ ਸਾਰੀ ਗੱਲਾਂ ਨੂੰ ਯਾਦ ਕਰੀਏ ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਕੀਤਾ ਹੈ। ਪ੍ਰਭੂ ਉਨ ਗੱਲਾਂ ਨੂੰ ਯਾਦ ਕਰਦੇ ਹੋਏ ਧੰਨਵਾਦ ਦੇ ਤੇ ਉਮੀਦ ਰੱਖੇ ਕਿ ਮੇਰਾ ਪਰਮੇਸ਼ਵਰ ਮੈਨੂੰ ਇਸ ਵਿੱਚੋਂ ਅੱਗੇ ਲੈ ਕਰ ਜਾਵੇਗਾ। ਪਰਮੇਸ਼ਵਰ ਪ੍ਰਭੂ ਕਿਰਪਾ ਕਰ ਕਿ ਇਸ ਸਮਾਂ ਪਰਮੇਸ਼ਵਰ ਅਸੀਂ ਪ੍ਰਭੂ ਆਪਣੇ ਜੀਵਨ ਦੇ ਵਿੱਚ ਪ੍ਰਭੂ ਜੋ ਸਾਡੇ ਆਪਣੇ ਕੰਟਰੋਲ ਦੇ ਵਿੱਚ ਹੈ, ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਪ੍ਰਤੀ ਉੱਤਰ ਦੇਣਾ, ਅਸੀਂ ਕਿਸ ਤਰੀਕੇ ਦੇ ਨਾਲ ਸੋਚਣਾ, ਅਸੀਂ ਕਿਸ ਤਰੀਕੇ ਦੇ ਨਾਲ ਸਾਹਮਣਾ ਕਰਨਾ ਹੈ, ਇਹ ਸਾਰੀ ਗੱਲਾਂ ਸਾਡੇ ਆਪਣੇ ਨਿਯੰਤਰਣ ਆਪਣੇ ਕੰਟਰੋਲ ਵਿੱਚ ਹੈ। ਅਸੀਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕੀਏ। ਪਰਮੇਸ਼ਵਰ ਕਿਰਪਾ ਤੁਸੀਂ ਦੇਣਾ ਪ੍ਰਭੂ, ਤੇ ਪ੍ਰਭੂ ਮਦਦ ਕਰ ਕਿ ਅਸੀਂ ਉਹ ਸਹੀ ਨਜ਼ਰੀਏ ਨੂੰ ਆਪਣੇ ਜੀਵਨ ਵਿੱਚ ਰੱਖੀਏ। ਪ੍ਰਭੂ ਅਸੀਂ ਉਹ ਅਗੂਏ ਬਣੇ ਪਰਮੇਸ਼ਵਰ ਜੋ ਪ੍ਰਭੂ ਹੱਲ ਕੁਛ ਜੋ ਸਮੱਸਿਆ ਦਾ ਹੱਲ ਕੀ ਹੈ, ਸਮਾਧਾਨ ਕੀ ਹੈ, ਉਸ ਦੇ ਬਾਰੇ ਗੱਲਬਾਤ ਕਰਦੇ, ਉਸ ਦੇ ਬਾਰੇ ਸੋਚਣ ਵਾਲੇ ਰਹੀਏ, ਨਾ ਕਿ ਸਮੱਸਿਆਵਾਂ ਦੇ ਬਾਰੇ ਗੱਲ ਕਰਕੇ ਅਸੀਂ ਪ੍ਰਭੂ ਸੋਚਣ ਵਾਲੇ ਰਹੀਏ। ਕਿਰਪਾ ਕਰ ਪ੍ਰਭੂ, ਮੈਂ ਪ੍ਰਾਰਥਨਾ ਕਰਦਾ ਹਰ ਇੱਕ ਦੇ ਲਈ, ਮੈਂ ਪ੍ਰਭੂ ਪ੍ਰਾਰਥਨਾ ਕਰਦਾ ਤੁਹਾਡਾ ਹੱਥ ਇਹਨਾਂ ਦੇ ਜੀਵਨ ਵਿੱਚ ਰਹੇ, ਤੁਹਾਡੀ ਕਿਰਪਾ ਇਹਨਾਂ ਦੇ ਜੀਵਨ ਵਿੱਚ ਰਹੇ। ਪ੍ਰਭੂ ਤੁਸੀਂ ਪ੍ਰਭੂ ਇਹਨਾਂ ਦੀ ਅਗਵਾਈ ਕਰਨ ਵਾਲੇ ਹੋ, ਤੁਸੀਂ ਸਾਡੇ ਚੰਗੇ ਚਰਵਾਹਾ ਹੋ। ਪ੍ਰਭੂ ਤੁਸੀਂ ਪ੍ਰਭੂ ਸਾਡੀ ਮਦਦ ਕਰਨ ਵਾਲੇ ਪਰਮੇਸ਼ਵਰ ਹੋ, ਸੁਰੱਖਿਅਤ ਰੱਖਣ ਵਾਲੇ ਪਰਮੇਸ਼ਵਰ ਹੋ, ਲਾਲ ਸਮੁੰਦਰ ਵਿੱਚੋਂ ਪ੍ਰਭੂ ਅੱਗੇ ਲੈ ਕਰ ਜਾਣ ਵਾਲੇ ਪਰਮੇਸ਼ਵਰ ਤੁਸੀਂ ਹੋ। ਪ੍ਰਭੂ ਸਾਨੂੰ ਅੱਗੇ ਲੈ ਕਰ ਜਾ ਰਹੇ ਹੋ, ਹੁਕਮ ਯਹੀ ਦੇ ਰਹੇ ਹੋ ਸਾਨੂੰ, ਅੱਗੇ ਤੁਸੀਂ ਵਧੋ। ਹਾਲੇਲੂਇਆ, ਧੰਨਵਾਦ ਪ੍ਰਭੂ, ਧੰਨਵਾਦ ਪ੍ਰਭੂ। ਇਹ ਸਾਰੀ ਗੱਲਾਂ ਜਲਦੀ ਖਤਮ ਹੋਣ ਵਾਲੀ ਉਸ ਦੇ ਲਈ ਧੰਨਵਾਦ ਪ੍ਰਭੂ। ਤੇ ਹਰ ਇੱਕ ਚੀਜ਼ ਨੂੰ ਪ੍ਰਭੂ ਨੋਰਮਲ ਨਹੀਂ ਪਰ ਹੋਰ ਵਧੀਆ ਤੁਸੀਂ ਕਰਨ ਵਾਲੇ ਹੋ, ਧੰਨਵਾਦ ਉਸ ਦੇ ਲਈ। ਸਾਰੀ ਮਹਿਮਾ ਆਦਰ ਤੁਹਾਨੂੰ ਦਿੰਦੇ ਹੋਏ ਯੀਸ਼ੂ ਦੇ ਨਾਂ ਤੇ ਮੈਂ ਪ੍ਰਾਰਥਨਾ ਕਰਦਾ ਹਾਂ, ਆਮੈਨ। ਪ੍ਰਭੂ ਯੀਸ਼ੂ ਮਸੀਹ ਦੀ ਕਿਰਪਾ, ਪਿਤਾ ਪਰਮੇਸ਼ਵਰ ਦਾ ਪਿਆਰ, ਪਵਿੱਤਰ ਆਤਮਾ ਦੀ ਸੰਗਤੀ ਸਾਡੇ ਸਾਰਿਆਂ ਦੇ ਨਾਲ ਇਸ ਆਉਣ ਵਾਲੇ ਹਫ਼ਤੇ ਅਤੇ ਯੀਸ਼ੂ ਦੇ ਆਗਮਨ ਤੱਕ ਬਣੀ ਰਹੇ। ਸਾਰੇ ਕਹੇ ਆਮੈਨ, ਆਮੈਨ। ਮੈਂ ਇੱਕ ਗੱਲ ਮੈਂ ਦੱਸਣਾ ਚਾਹਾਂਗਾ, ਮੈਂ ਬੇਨਤੀ ਕਰਾਂਗਾ ਇਸ ਹਫ਼ਤੇ ਜੋ ਹੈ ਆਉਣ ਵਾਲੇ ਹਫ਼ਤੇ ਥੋੜਾ ਜਿਹਾ ਟਾਈਮ ਕੱਢਦੇ ਹੋਏ ਜੋ ਕੁਝ ਪ੍ਰਭੂ ਨੇ ਤੁਹਾਡੇ ਜੀਵਨ ਵਿੱਚ ਅਦਭੁਤ ਕੰਮ ਕੀਤੇ ਹੈ, ਚੰਗਾਈ, ਛੁਟਕਾਰਾ, ਪ੍ਰਾਰਥਨਾ ਦਾ ਉੱਤਰ, ਜੋ ਵੀ ਹੈ ਉਹ ਸਭ ਬੈਠ ਕਰ ਤੁਸੀਂ ਲਿਖੋ। ਥੋੜਾ ਜਿਹਾ ਟਾਈਮ ਕੱਢ ਕੇ ਲਿਖੋ। ਭਜਨ ਹੈ ਕਾਊਂਟ ਯੋਰ ਬਲੇਸਿੰਗਸ, ਨੇਮ ਦੈਮ ਵਨ ਬਾਏ ਵਨ ਕਰਕੇ ਆਪਣੀ ਆਸ਼ੀਸ਼ਾਂ ਨੂੰ ਗਿਣੋ ਤੇ ਇੱਕ ਨਾਲ ਉਸ ਨੂੰ ਲੈ ਕਰ ਕਿ ਉਸ ਨੂੰ ਗਿਣੋ ਕਰਕੇ ਹੈ। ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦੀ, ਇਹ ਕੰਮ ਤੁਸੀਂ ਕਰੋ, ਪ੍ਰਭੂ ਕੰਮ ਕਰ ਤੁਹਾਡੇ ਅੰਦਰ ਇੱਕ ਉਮੀਦ ਤੇ ਵਿਸ਼ਵਾਸ ਜਗਾਏਗਾ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਬਹੁਤ ਹੀ ਆਸ਼ੀਸ਼ ਦੇ।